ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਸ਼ਹੀਦੀ ਦਿਨ ਹੈ। ਬਾਬਾ ਸਾਹਿਬ ਸਿੰਘ ਊਨੇ ਵਾਲੇ, ਬਾਬਾ ਭਾਗ ਸਿੰਘ ਕੁਰੀ ਵਾਲੇ, ਬਾਬਾ ਵੀਰ ਸਿੰਘ ਨਰੰਗਾਬਾਦ, ਬਾਬਾ ਖੁਦਾ ਸਿੰਘ ਲਾਹੌਰ ਹੈਗੇ ਨਰੰਗਾਬਾਦ ਦੇ ਹੀ ਚੇਲੇ ਆ। ਸ਼ਹੀਦ ਬਾਬਾ ਮਹਾਰਾਜ ਸਿੰਘ ਨਰੰਗਾਬਾਦ, ਇਹ ਸਾਰੇ ਮਹਾਂਪੁਰਖ ਹੋਏ ਆ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। ਤੇ ਬਾਬਾ ਵੀਰ ਸਿੰਘ ਦਾ ਸੂਰਵੀਰ ਬਚਨ ਕੇ ਬਲੀ, ਕੌਲਾਂ ਬਪਰੀ ਸੰਤੀ ਛਲੀ, ਜਾਂ ਕਾ ਸੰਗ ਵਾਛੈ ਸੁਰਦੇਵ, ਅਮੋਗ ਦਰ ਸਫਲ ਜਾ ਕੀ ਸੇਵ। ਜਿਨੀ ਖਾਲਸਾ ਰਾਜ ਦੀ ਨੀਂਹ ਰੱਖੀ ਹੈ। ਬਾਬਾ ਸਾਹਿਬ ਬੇਦੀਆ ਊਨੇ ਵਾਲੇ, ਮਹਾਰਾਜਾ ਰਣਜੀਤ ਸਿੰਘ ਨੂੰ ਆਪ ਉਹਨਾਂ ਨੇ ਤਿਲਕ ਲਾਇਆ ਔਰ 40 ਸਾਲ ਉਹਨਾਂ ਰਾਜ ਸੋਹਣਾ ਚਲਾਇਆ, ਨਾਨਕਸ਼ਾਹੀ ਸਿੱਕਾ ਚਲਾਇਆ। ਹਰ ਧਰਮ ਦਾ ਸਤਿਕਾਰ ਕਰਦੇ ਰਹੇ, ਬੜਾ ਨਿਆਂ ਪਸੰਦ ਸੀ। ਸੰਨ 1839 ਚੇਲੇ ਉਹ ਸਰੀਰ ਛੱਡ ਗਏ ਤੇ ਸੰਧਾਂ ਵਾਲਿਆਂ ਤੇ ਡੋਗਰਿਆਂ ਨੇ ਜਿਹੜੀ ਅੱਗ ਬਾਲੀ ਨਾ ਈਰਖਾ ਦੀ, ਤੇ ਬਾਬਾ ਵੀਰ ਸਿੰਘ ਨੇ ਬੁਝਾਉਣ ਦਾ ਯਤਨ ਕੀਤਾ, ਪਰ ਉਹ ਭਰਾ ਮਾਰੂ ਜੰਗ ਵਾਲਾ ਮਾਹੌਲ ਬਣ ਗਿਆ। ਸਤਲੁਜ ਤੋਂ ਪਾਰ ਜਿਹੜੇ ਅੰਗਰੇਜ਼ ਸੀ ਉਹ ਚਾਹੁੰਦੇ ਸੀ ਕਿ ਲਾਹੌਰ ਜਿੱਥੇ ਕੇਸਰੀ ਨਿਸ਼ਾਨ ਝੁੱਲ ਰਿਹਾ ਖਾਲਸੇ, ਉੱਥੇ ਯੂਨੀਅਨ ਜੈਕ ਝੁੱਲੇ। ਉਹ ਇਸ ਗੁਲਾਬੀ ਰੰਗ 'ਚ ਰੰਗਣਾ ਚਾਹੁੰਦੇ। ਹੀਰਾ ਹਨ ਡੋਗਰੇ ਤੇ ਉਹਦੇ ਨਾਲ ਦੇ ਜਿੰਨੇ ਸੀ ਅੰਗਰੇਜ਼ਾਂ ਨਾਲ ਅੰਦਰ ਖਾਤੇ ਸੌਦਾ ਕੀਤਾ ਸੀ ਕਿ ਜੰਮੂ ਕਸ਼ਮੀਰ ਸਾਨੂੰ ਦੇ ਦਿਓ, ਪੰਜਾਬ ਤੁਹਾਨੂੰ ਦੇ ਦਿੰਦੇ ਹਾਂ। ਉਸ ਵੇਲੇ ਬਾਬਾ ਵੀਰ ਸਿੰਘ ਜੀ ਐਸੇ ਮਹਾਂਪੁਰਖ ਸੀਗੇ ਜਿਹੜੇ ਪੇ ਸਾਡੇ ਬਜ਼ੁਰਗਾਂ ਨੇ ਇਹ ਖਾਲਸਾ ਰਾਜ ਮਿਹਨਤ ਨਾਲ ਬਣਾਇਆ, ਇਹਨੂੰ ਕਾਇਮ ਰੱਖਿਆ ਜਾਏ। ਤੇ ਉਹਨਾਂ ਨੇ ਫਿਰ ਪੰਥ ਵਿੱਚ ਏਕਤਾ ਕਰਨ ਦਾ ਯਤਨ ਕੀਤਾ, ਪਰ ਜਿਹੜੀ ਦੁਸ਼ਟ ਜੁੰਡਲੀ ਸੀ ਇਹਨਾਂ ਨੇ ਫਿਰ ਫੌਜਾਂ ਦੇ ਵਿੱਚ ਗਲਤ ਪ੍ਰਚਾਰ ਕਰਕੇ ਭੜਕਾਇਆ ਤੇ ਥੋੜ੍ਹੇ ਲਾਲਚ ਦੇ ਦਿੱਤੇ ਵੀ ਤੁਹਾਡੀ ਤਨਖਾਹ ਵਧਾਉਣੀ ਹੈ। ਤੇ ਬਾਬਾ ਜੀ ਨੇ ਫਿਰ 27 ਵਿਸਾਖ 1844 ਆਸਾਈ ਵਾਰ ਕੀਰਤਨ ਹੁੰਦਾ ਸੀ ਅੰਮ੍ਰਿਤ ਵੇਲੇ, ਇਹਨੇ ਫਿਰ 80,000 ਫੌਜ ਚੜ੍ਹਾ ਕੇ ਹਮਲਾ ਕਰਕੇ ਤੇ ਬਾਬਾ ਜੀ ਸ਼ਹੀਦ ਕੀਤਾ। ਉਹਨਾਂ ਦਾ ਬਚਨ ਸੀ ਵੀ ਸ਼ਰਨਾਰਥੀ ਨਹੀਂ ਦੇਣੇ, ਆਪਣੇ ਤੇ ਵਾਰ ਨਹੀਂ ਕਰਨਾ, ਆਪਾ ਵਾਰ ਦੇਣਾ। ਇਹਨਾਂ ਬਚਨਾਂ ਤੇ ਉਹਨੇ ਪਹਿਰਾ ਦਿੱਤਾ ਤੇ ਸਿੱਖੀ ਨੂੰ ਕਲੰਕ ਤੋਂ ਬਚਾਇਆ। ਉਹਨਾਂ ਦੀ ਇਹ ਕੁਰਬਾਨੀ ਹੈ। ਉਹਨਾਂ ਦੋਖੀਆਂ ਦਾ ਫਿਰ ਸਰਵਨਾਸ਼ ਹੋਇਆ। ਤੇ ਬਾਬਾ ਖੁਦਾ ਸਿੰਘ ਜਿਹੜੇ ਉਹ ਵੀ 5 ਸਾਲ ਲਾਹੌਰ ਨਜ਼ਰਬੰਦ ਰਹੇ। ਉਹਨਾਂ ਦੇ ਜੋ ਜਾਨਸ਼ੀਨ ਸੀ ਬਾਬਾ ਮਹਾਰਾਜ ਸਿੰਘ, ਉਹਨਾਂ ਨੇ ਆਜ਼ਾਦੀ ਲਈ ਹਥਿਆਰਬੰਦ ਗਰੀਲਾ ਮਾਰ ਵੀ ਕੀਤੀ ਤੇ ਗਦਾਰਾਂ ਨੇ CID ਦੇ ਕੇ ਉਹਨਾਂ ਨੂੰ ਤੇ ਗ੍ਰਿਫਤਾਰ ਕਰਾਇਆ। 5 ਜੁਲਾਈ 1856 'ਚ ਸਿੰਗਾਪੁਰ ਦੀ ਪਾਲ ਘੋੜੀਆਂ 'ਚ ਸ਼ਹੀਦ ਹੋ ਗਏ। ਤੇ ਬਾਬਾ ਸਾਹਿਬ ਬੇਦੀ ਦਾ ਜਿਹੜਾ ਜਨਮ ਆ ਡੇਰਾ ਬਾਬਾ ਨਾਨਕ ਹੋਇਆ। ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਅਜੀਤ ਸਿੰਘ, ਜਿਨ੍ਹਾਂ ਦਾ ਜਨਮ 10ਵੇਂ ਪਾਤਸ਼ਾਹ ਦੇ ਵਰਨਾ ਹੋਇਆ। ਮਾਤਾ ਸਰੂਪਾ ਦੇਵੀ, ਉਹਨਾਂ ਦੇ ਗ੍ਰਹਿ 1813 'ਚ। ਨਾਨਕਸ਼ਾਹੀ 287 ਸੰਨ 1756 'ਚ ਉਹਨਾਂ ਦਾ ਜਨਮ ਮਹਾਰਾਜ ਦੇ ਬਚਨਾਂ ਨਾਲ ਹੋਇਆ। ਇਹਨਾਂ ਦੇ ਦਾਦੇ ਬਾਬਾ ਕਲਾਧਾਰੀ ਸੀ ਤੇ 10ਵੇਂ ਪਾਤਸ਼ਾਹ ਦੇ ਨਾਲ
ਆਪਣੇ ਸੰਦੋਗੜ੍ਹ ਜਗ੍ਹਾ ਉੱਥੇ ਆਉਂਦੇ ਸੀ। ਤੇ ਬਾਕੀ ਬੇਦੀਆਂ ਨੇ ਅੰਮ੍ਰਿਤ ਨਹੀਂ ਸੀ ਛਕਿਆ, ਤਰਿਆਣਾ ਨੇ ਵੀ, ਭਲਿਆਂ ਨੇ ਵੀ, ਸੋਢੀਆਂ ਨੇ ਛਕ ਲਿਆ। ਮਹਾਰਾਜ ਦਸਮ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸਾਡੀ ਬੰਸ ਰੁਕ ਗਈ ਹੈ। ਮਹਾਰਾਜ ਨੇ ਕਿਹਾ ਵੀ ਤੁਸੀਂ ਅੰਮ੍ਰਿਤ ਛਕੋ। ਕਹਿੰਦੇ ਵੀ ਸਾਡਾ ਹੁਣ ਸਿਆਣਾ ਸਰੀਰ ਆ, ਤੁਹਾਡੀ ਸਿੱਖੀ ਬੜੀ ਮਹਿੰਗੀ ਹੈ। ਤੇ ਮੈਂ ਕਹਾਂ ਆਪਣੇ ਪੁੱਤਰਾਂ ਪੋਤਿਆਂ ਨੂੰ ਅੰਮ੍ਰਿਤ ਛਕਾਵਾਂਗਾ। ਇਹ ਬਾਬਾ ਮਹਾਰਾਜ ਦੇ ਬਚਨ ਨਾਲ ਹੀ ਬਾਬਾ ਸਾਹਿਬ ਸਿੰਘ ਬੇਦੀ ਦਾ ਜਨਮ ਹੋਇਆ। ਤੇ ਉਹਨੇ ਫਿਰ ਆਨੰਦਪੁਰ ਬਾਬਾ ਸੋਭਾ ਸਿੰਘ ਤੋਂ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਿਆ। ਤੇ ਸਰਦਾਰ ਮਹਾਂ ਸਿੰਘ ਜਿਹੜੇ ਗੁਜ਼ਰ ਗਿਆ। ਤੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਸੀ, ਬਾਬਾ ਜੀ ਨੂੰ ਬੇਨਤੀ ਕੀਤੀ। ਬਾਬਾ ਜੀ ਨੇ ਫਿਰ ਆਪ ਮਹਾਰਾਜਾ ਰਣਜੀਤ ਸਿੰਘ ਦੀ ਦਸਤਾਰਬੰਦੀ ਕੀਤੀ ਹੈ। ਔਰ ਫਿਰ ਬਹੁਤ ਸਾਰੇ ਗਹਿਣੇ ਭੰਨ ਕੇ ਖਾਲਸੇ ਲਈ ਹੰਸ ਬਣਾਇਆ। ਫਿਰ ਉਹਨਾਂ ਦੇ ਚਰਨਾਂ 'ਚ ਵੀ ਬੇਅੰਤ ਮਹਾਂਪੁਰਖ ਫੌਜਾਂ ਰਹਿੰਦੀਆਂ ਸੀ। ਫਿਰ ਨਨਕਾਣਾ ਸਾਹਿਬ ਯਾਤਰਾ ਕੀਤੀ ਤੇ ਇੱਥੇ ਫਿਰ ਮਹਾਰਾਜ ਦੇ ਸਥਾਨਾਂ ਦੀ ਸੇਵਾ ਵਗੈਰਾ ਕਰਾਈ। ਤੇ ਜਿੰਨੇ ਸਿੱਖ ਸਰਦਾਰ ਸੀ ਉਹਨੂੰ ਸਾਰਿਆਂ ਨੂੰ ਸਮਝਾਇਆ ਕਿ ਰਲ ਕੇ ਚੱਲੋਗੇ ਤੇ ਚੜ੍ਹਦੀ ਕਲਾ ਹੋਏਗੀ। ਤੇ ਬਾਬਾ ਸਾਹਿਬ ਬੇਦੀ ਦੇ ਵੀ ਬੇਅੰਤ ਸਥਾਨ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਮਲੇਰਕੋਟਲੇ ਵਾਲੇ ਅਬਦੁੱਲਾ ਖਾਨ ਸੀ, ਉਹਦਾ ਵੀ ਹੰਕਾਰ ਤੋੜਿਆ। ਤੇ ਫਿਰ ਖਾਲਸਾ ਰਾਜ ਕਾਇਮ ਕੀਤਾ। ਉਹ ਤੋਂ ਬਾਅਦ ਫਿਰ ਬਾਬਾ ਭਾਗ ਸਿੰਘ ਕੁਰੀ ਵਾਲੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਭਾਈ ਨਿਹਾਲੂ ਜੀ ਸੀ। ਪੁੱਤਰ ਦੀ ਦਾਤ ਲਈ ਬੇਨਤੀ ਕੀਤੀ। ਕਹਿੰਦੇ ਤੁਹਾਡੇ ਪੁੱਤਰ ਹੋਏਗਾ, ਕੋਈ ਨਿਹਾਲ ਹੋਏ, ਪੁੱਤਰ ਦਾ ਨਾਮ ਮੇਰੂ ਰੱਖਿਓ। ਫਿਰ ਉਹਨਾਂ ਦੇ ਅੱਗੇ ਬਾਬਾ ਗੁਰਬਖਸ਼ ਸਿੰਘ ਟਹਿਲ ਸਿੰਘ ਹੋਏ, ਜਿਹਨੇ ਮਹਾਰਾਜ ਦਸਮ ਪਾਤਸ਼ਾਹ ਅੰਮ੍ਰਿਤ ਛਕਿਆ। ਧਰਮ ਯੁੱਧਾਂ 'ਚ ਵੀ ਹਿੱਸਾ ਲਿਆ। ਬੰਦੇ ਬਹਾਦਰ ਨਾਲ ਵੀ ਜੰਗ ਯੁੱਧ ਕਰਦੇ ਰਹੇ। ਗੁਰਬਖਸ਼ ਸਿੰਘ ਦੇ ਫਿਰ ਭਾਈ ਦਇਆ ਸਿੰਘ, ਭਾਈ ਸੁਜਾਨ ਸਿੰਘ ਹਰਜਸ ਰਾਏ ਹੋਏ। ਭਾਈ ਹਰਜਸ ਰਾਏ ਦੇ ਸੰਤ ਭਾਗ ਸਿੰਘ ਤੇ ਭਾਈ ਮਨਸ਼ਾ ਸਿੰਘ ਹੋਏ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪ੍ਰਸ਼ਾਦ ਕਰਕੇ ਫਿਰ ਭਾਗ ਲਿਆ ਸੀ। ਭਾਗ ਠੇੜੇ ਹਰ ਸੰਤ ਮਾਰੇ ਜਿਨ ਕਰ ਧਨ ਹਰ ਨਾਮ, ਤੇ ਨਾਮ ਫਿਰ ਭਾਗ ਸਿੰਘ ਰੱਖਿਆ। ਤੇ ਆਪ ਜੀ ਫਿਰ ਹਰ ਵੇਲੇ ਛੋਟੀ ਉਮਰ ਤੋਂ ਭਜਨ ਬਾਣੀ 'ਚ ਰਹਿੰਦੇ ਸੀ। 12 ਸਾਲ ਦੀ ਉਮਰ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਈ ਕਿ ਆਨੰਦਪੁਰ ਤੇ ਬਾਬਾ ਸਾਹਿਬ ਬੇਦੀ ਨੇ ਅੰਮ੍ਰਿਤ ਛਕਾਇਆ। ਫਿਰ ਇਸੇ ਤਰ੍ਹਾਂ ਪਾਕਿਸਤਾਨ ਰਾਵਲਪਿੰਡੀ ਇਲਾਕੇ 'ਚ ਉਹਨਾਂ ਨੇ ਗੁਮਰਾਹ ਨਦੀ ਆ, ਉੱਥੇ ਕੁਰੀ ਨਾਂ ਦਾ ਪਿੰਡ ਆ, ਉੱਥੇ ਮਹਾਰਾਜ ਭਜਨ ਬਾਣੀ ਕਰਦੇ ਰਹੇ। ਆਪ ਬਰਗਤ ਜੀਵਨ ਵਿੱਚ ਹੀ ਰਹੇ ਆ। ਜਿਵੇਂ ਮਹਾਰਾਜ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲ ਕੇ ਉਠਰ ਨਾਮ ਧਿਆਏ, ਉਦਮ ਕਰੇ ਭਲ ਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਮਾਏ। ਅੰਮ੍ਰਿਤਸਰ ਦਾ ਇਸ਼ਨਾਨ ਹੈ। ਫਿਰ ਬਾਬਾ ਵੀਰ ਸਿੰਘ ਨਰੰਗਾਬਾਦ, ਇਹ ਤਰਨ ਤਾਰਨ ਤੋਂ ਨੇੜੇ ਹੀ ਗੱਗੂਆ ਨਗਰ ਆ। ਤੇ ਇਹ ਭਾਗਾਂ ਵਾਲਾ ਇਲਾਕਾ ਹੈ। ਇੱਧਰ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਸਥਾਨ ਹੈ। ਅੱਗੇ ਚੁਹਾਲ ਬੀਬੀ ਬੀਰੋ ਜੀ ਦਾ, ਤੇ ਅੱਗੇ ਬਾਬੇ ਬੁੱਢੇ ਦੀ ਬੀੜ ਆ।
ਇਹ ਨਵਾਬ ਕਪੂਰ ਸੰਧਾ ਪਿੰਡ ਸਿੰਘਪੁਰਾ ਤੇ ਸੁੱਖਾ ਸੰਧਾ ਮਾੜੀ ਕੰਮੋਂ ਕੀ ਤੇ ਗੱਗੂ ਬੂਏ ਬਾਬਾ ਵੀਰ ਸੰਧਾ ਮਾਲੂਵਾਲ ਤੇ ਬਾਬਾ ਸਾਹਿਬ ਦਿੱਤਾ ਜੀ ਦਾ। ਉਹ ਤੋਂ ਅੱਗੇ ਆਪਣੇ ਸੁਰ ਸਿੰਘ ਆ ਤੇ ਭਾਈ ਬਿਧੀ ਚੰਦ ਪੂਲੇ ਭਾਈ ਤਾਰੂ ਸਿੰਘ। ਮਤਲਬ ਇਹ ਸੜਕ ਤੇ ਕਾਫੀ ਸਥਾਨ ਮਹਾਂਪੁਰਖਾਂ ਦੇ ਹੈਗੇ ਤੇ ਇਸ ਨਗਰ 'ਚ 6ਵੇਂ ਪਾਤਸ਼ਾਹ ਆਏ ਸੀ ਤੇ ਬਾਬਾ ਵੀਰ ਸਿੰਘ ਜੀ ਦਾ ਜਨਮ ਸਰਦਾਰ ਸੇਵਾ ਸਿੰਘ ਮਾਤਾ ਧਰਮ ਕੌਰ ਦੇ ਘਰ 1825 ਬਿਕਰਮੀ ਸਾਵਣ ਸੁਦੀ ਤੀਜ ਨੂੰ ਹੋਇਆ। ਜਦੋਂ ਤਰਨ ਤਾਰਨ ਸਰੋਵਰ ਦੀ ਸੇਵਾ ਇਹਨਾਂ ਦੇ ਬਜ਼ੁਰਗ ਉੱਥੇ ਸੇਵਾ ਕਰਦੇ ਰਹੇ। ਫਿਰ ਬਚਨ ਦਿੱਤਾ ਸੀ ਤੁਹਾਡੇ ਪਰਿਵਾਰ 'ਚ ਇਸ ਤਰ੍ਹਾਂ ਮਹਾਂਪੁਰਖ ਹੋਣਗੇ। ਫਿਰ 6ਵੇਂ ਪਾਤਸ਼ਾਹ ਇੱਥੇ ਸ਼ਿਕਾਰ ਖੇਲਣ ਆਏ, ਬੜੀ ਸੇਵਾ ਕੀਤੀ ਤੇ ਮਹਾਰਾਜ 6ਵੇਂ ਪਾਤਸ਼ਾਹ ਨੇ ਵੀ ਵਰਦਾਨ ਦਿੱਤੇ। ਇਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਫੌਜ ਮੁਲਤਾਨ ਦੀ ਲੜਾਈ ਸ਼ਹੀਦ ਹੋ ਗਏ। ਉਹਨਾਂ ਦੀ ਜਗ੍ਹਾ ਬਾਬਾ ਵੀਰ ਸਿੰਘ ਨੂੰ ਰੱਖ ਲਿਆ। ਇੱਥੇ ਉਹਨਾਂ ਦਾ ਮਿਲਾਪ ਚੰਦਾ ਸਿੰਘ ਨਰੰਗਾਵਾਦ ਵਾਲਿਆਂ ਨੂੰ ਹੋਇਆ ਤੇ ਉਹ ਫਿਰ ਆਪਣੇ ਜੰਗ ਕਰਦੇ ਸੀ ਤੇ 5 ਤਾਰੇ ਨਖੰਡਾ ਟੁੱਟ ਗਿਆ, ਸਹੀ ਸਲਾਮ ਬਚ ਗਿਆ। ਫਿਰ ਨੌਕਰੀ ਛੱਡਤੀ, ਫਿਰ ਸਿਮਰਨ ਕਰਦੇ ਰਹੇ ਤੇ ਵਰਸ਼ਾ ਬੜੀ ਹੀ ਸਾਧੂਆਂ ਦਾ ਕੋਈ ਜਥਾ ਆ ਗਿਆ ਤੇ ਬਾਲਣ ਲਈ ਦਰਵਾਜ਼ੇ ਪੜ ਕੇ ਦੇ ਆਏ। ਇਹ ਨਿਸ਼ਾਨੀ ਸਾਧ ਕੇ ਜਿਸ ਪੇਟ ਦੇ ਰਹੀ ਹੈ ਜਮ ਕਾਂਕੜ ਨੇੜ ਨਾ ਵੀ ਫਿਰ ਬਹੁਤ ਨਾ ਮਰੀਏ। ਫਿਰ ਬਾਬਾ ਸਾਹਿਬ ਬੇਦੀ ਕੋ ਤਨ ਮਨ ਧਨ ਸੇਵਾ ਕੀਤੀ। ਫਿਰ ਬਾਬਾ ਭਾਗ ਸਿੰਘ ਦੇ ਚਰਨਾਂ 'ਚ ਭੇਜਿਆ। ਉਹਨਾਂ ਦੇ ਹੁਕਮਾਂ ਨਾਲ ਫਿਰ ਇੱਥੇ ਨਰੰਗਾਵਾਦ ਆ ਗਏ ਤੇ ਹਰਪੁਰ ਨੂੰ 5 ਇੱਟਾਂ ਲਿਆਉਣ ਲਈ ਕਿਹਾ। ਇੱਥੇ ਫਿਰ ਸੰਤਪੁਰੇ ਨਾਂ ਦਾ ਸਥਾਨ ਕਾਇਮ ਕੀਤਾ, ਲੰਗਰ ਜਾਰੀ ਕੀਤਾ ਔਰ ਇੱਥੇ ਉਹਨਾਂ ਦੇ ਲੰਗਰ 'ਚ ਫਿਰ 700 ਮਣ ਆਟਾ, 280 ਮਣ ਦਾਲ, 7 ਮਣ ਲੂਣ ਪੈਂਦਾ ਸੀ। ਦੇਗ ਨਾ ਪੌੜੀ ਲਾ ਕੇ ਦਾਲ ਕੱਢਦੇ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਆਉਂਦੇ ਰਹੇ। ਇੱਕ ਵਾਰੀ 1890 ਬਿਕਰਮੀ ਹੈਜਾ ਪੈ ਗਿਆ ਤੇ ਬਾਬਾ ਜੀ ਦੀ ਖੂਹੀ ਦਾ ਜਲ ਸੋਨੇ ਚਾਂਦੀ ਗਾਗਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੰਗਾ ਕੇ ਸੰਗਤਾਂ ਨੂੰ ਪਿਲਾਉਂਦੇ ਰਹੇ ਆਰਾਮ ਹੈ। ਬਲਕਿ ਊਨਾ ਸਾਹਿਬ ਬਾਬਾ ਜੀ ਨੇ ਵੀ ਜਲ ਮੰਗਾਇਆ। ਫਿਰ ਮਾਝੇ ਦੁਆਬੇ 'ਚ ਵੀ ਪ੍ਰਚਾਰ ਕੀਤਾ। ਖਡੂਰ ਸਾਹਿਬ ਬੇਈ ਕੋਈ ਫਤਿਆ ਨਾਗੋ ਕੇ ਰਾਮਪੁਰ ਹੈ, ਫੇਰੂ ਮਾਂ ਨੇ ਚੀਮੇ ਬਾਠ ਹੈ, ਬਾਬਾ ਬਕਾਲਾ ਬੁੱਢੇ ਤੇ ਢਿਲਮ ਉਗਰਾਮ ਪੰਜਾਲੀ ਖੀਰਾਂ ਵਾਲੀ ਹੈ, ਕਪੂਰਥਲਾ ਟੋਟੀਆਂ ਠੱਟੇ ਡਿੱਬੇ ਤੇ ਜੱਬੋ ਵਾਲਿਆ ਸ਼ਤਾਬਗੜ੍ਹ ਹੈ ਤੇ ਪਰੇ ਗਿੱਦੜ ਪਿੰਡੀ ਹੈ, ਪਰੇ ਮਲਸੀਂ ਵੀ ਹੈ, ਠੱਟਾ ਡਿੱਬਾ ਤੇ ਇਹਨਾਂ ਨਗਰਾਂ 'ਚ ਵੀ ਚਰਨ ਪਾਏ। ਉੱਥੇ ਵੀ ਉਹ ਸਥਾਨ ਬਣਿਆ। ਸੋ ਇਸ ਵਾਸਤੇ ਬਾਬਾ ਵੀਰ ਸਿੰਘ ਦੇ ਛੋਟੇ ਸੰਤ ਸੀ ਵੀਰ ਸਿੰਘ, ਉਹ ਪ੍ਰੇਮੀ ਨੂੰ ਕਹਿੰਦੇ ਬਾਲਣ ਪਾੜ, ਬਚਨ ਨਾ ਮੰਨਿਆ, ਕਹਿੰਦੇ ਤੈਨੂੰ ਕੋੜ ਹੋਇਆ, ਕੋੜ ਹੋ ਗਿਆ। ਫਿਰ ਬਾਬਾ ਜੀ ਕੋਲ ਸ਼ਿਕਾਇਤ ਕੀਤੀ, ਕਹਿੰਦੇ ਵੀ ਬਾਲਣ ਨਾ ਪਾੜਨ ਤੋਂ ਹੋਇਆ, ਬਾਲਣ ਪਾੜਦੇ ਹਟ ਜਾਏਗਾ। ਇੱਕ ਹਲਵਾਈ ਸੀ ਭਾਨਾ, ਉਹਨੂੰ ਕੋੜ ਹੋ ਗਿਆ ਸੀ। ਉਹਨੂੰ ਬੇਨਤੀ ਕੀਤੀ, ਫਿਰ ਕਹਿੰਦੇ ਹਲਵਾਈਆਂ ਤੂੰ ਜਲੇਬੀਆਂ ਬਣਾ, ਤੇ ਉਹ ਖਲਾਈਆਂ, ਉਹਦਾ ਕੋੜ ਹਟ ਗਿਆ। ਇਸ ਤਰ੍ਹਾਂ ਤੇ ਕਹਿੰਦੇ ਜਿਹੜੇ ਮਾਈ ਸਵਾ ਮਣ ਕਣਕ ਦੇ ਦਾਣੇ ਪੀਊ, ਉਹਦੇ ਮੁੰਡਾ ਜਿਹੜੇ 20 ਸਿਰ ਕੁੜੀ, ਕਹਿੰਦੇ ਲੈ ਐਵੇਂ ਕਦੀ ਨਿਆਣੇ ਮਿਲੇ। ਉਹ ਜਿਹਨਾਂ ਸਵਾ ਸਮਣ ਪੀਠੇ ਮੁੰਡੇ, ਉਹ ਕਹਿੰਦੇ ਚੱਲ 20 ਸਿਰ ਪੀ ਕੇ ਦੇ ਲੈਂਦੀ ਹਾਂ, ਉਹਦੇ ਫਿਰ ਕੁੜੀ ਹੋਈ। ਇਸ ਤਰ੍ਹਾਂ ਬਚਨ ਸੀ ਉਹਨਾਂ ਦੇ। ਤੇ ਜਿਹਨੂੰ ਕੋਈ ਭੂਤ ਪਾਤ ਹੋਵੇ, ਸਵਾ ਗਜ ਦਾ ਜੋੜਾ ਬਣਾਇਆ ਸੀ, ਉਹ ਲਾ ਦੇਣਾ, ਭੂਤ ਦੌੜ ਜਾਣਾ। ਫਿਰ ਜੋਕਾਂ ਬੜੀਆਂ ਹੁੰਦੀਆਂ ਸੀ ਨਰੰਗਾਵਰ, ਬਾਬਾ ਜੀ ਕਿਰਪਾ ਨਾਲ ਦੂਰ ਹੋਣੀਆਂ।
इस तरह फिर इन्हां दे लंगर 'ਚ जाने महाराज रणजीत सिंह फौजां समेत आउंदे रहे ते बाबे मुन्ने वाले ने कहा काने तो कानी कौड़ी नहीं रहनी, उन्हें जगीर लाउणी चाहिए। कहंदे नहीं, गुरु संगत दे दसवंध दे लंगर ठीक है। इस तरह संत मंडली पंडित श्याम सिंह बड़ा विद्वान मन चो जे अंतरजामी मैनू 5 रुपए सरदाई ले देन। जिले कहते लो संत जी तुहानू खुशकी हो गई होनी, आ सरदाई पी लो। तो बड़ा शर्मिंदा होया। एक बारी इस तरह मंडली आ गई, वो पे अं रस लै गए लंगर चगी छकाई गए, फिर अंत ही लैन लग पै। फिर बाबा जी ने कांबे वाले बुखार नूं चढ़े एन फिर गंढे की भू करके करते। इस तरह बहुत उन्होंने कौतक है। तो सारे बाबा जी ने हाँ जी अपने बहुत कौतक वरताए। फिर इस तरह अपने दसौंधा सिंह नौकरी करता सी। बाबा जी पढ़ के आराम करते सी, वो मंजे दे चारे पावे बाहियां टुट गई। पूछया समा नोट कर लिया। जिले छुट्टी आया 5 रुपए मत्था टेकिया। कहते जिले घोड़ा तेरा डिग पिया ही पहाड़ी के खड्ड तू डिग पिया ही, तो उदों तू पैसे इन्ने सुखे सी 101 रुपए हुण 5 दिन फिर माफ़ी मंगी। इस तरह फिर 27 जून 1839 जिले रणजीत सिंह गुजर गया। डोगरा ध्यान सिंह, हीरा सिंह, गुलाब सिंह कुटल नीति सदका महाराज शेर सिंह कबरनौल सिंह मारिया गया। तंदां वाले शेर सिंह के वजीर ध्यान सिंह डोगरे नूं मारिया। फिर दलीप सिंह के मत्थे खून का टिक्का गद्दी दे वालिया। वजीर हीरा सिंह बने। उलड़वाई मच गई। सिख राय प्रेमी नूं तंग किया। वो दुखी होके अतर सिंह, अजीत सिंह, कश्मीरा सिंह कंवर, पेशौरा जवाहर सिंह, नलूआ हरी सिंह दा पुत ये बाबा शरण आ गया। फिर कहते जो शरण आवे तो सकंठ लावे, ये बिरद स्वामी संदा। फिर हीरा सिंह ने दरबार ला के जले बेस नूं भेजिया कि बेन दसो कि जिवें अतर सिंह नूं फड़ लईए, तो चिट्ठी लिखी असीं तुहाडा सत्कार करते हैं, बागी तुहाडे कोल है, सरकार दे फड़ा दिओ। बाबा जी कहण लगे कि गां नूं कसाईयां दे हत्थ किवें फड़ाईए, असीं ये नहीं फड़ा सकते। सिंह मूछ भचंग मणि सूरे सरन पिया किरपन के कर लक्ष्मी चारे देण मैं जींदे नहीं दिंदे। बाहें जिन्हां दी पगड़ी सिर दीजै बाहें न छोड़ी। तेग बहादुर बोलिया तर पईए धर्म न छोड़ी। फिर बाबा वीर सिंह लाहौर का कंट्रोल हीरा सिंह डोगरे दे हत्थ चला गया। उसने फिर पलटना इकट्ठियां करके ते चढ़ाई का हुक्म करता। तो बाबा जी कौम दे प्यारे सी, ते उन्हें बड़ा उलट पुलट प्रचार किया। तो फिर बाबा जी नरंगाबाद तो कूच करता गए पिंड नागो के बाबा खुदा सिंह चेते किया आए ना। फिर दे करके अरदास की फिर आए। कहते की गल, कहते सानू तुसीं महंतियां पग्गां दिओ, तुसीं शहीद हो। फिर प्रचार करते सवरा पिंड आए। लाहौर दरबार ने चढ़ाई की है उधर फौजां ने, तो सवरान ने पंचायतां कहनियां इत्थे रहे, साडा जानी वाली नुकसान होया। बाबा जी कहते साडा मस इत्थे शहीदी पाउंदा, इत्थे रहिंदे गुरुद्वारा बनदा, भजन बंदगी हुंदी, इत्थों कूच करके भाओ वाला है। एक हथनी दे फिर अपने पा के ते पालकी श्याम सिंह अटारी वाले भेजी। 5 हाथी चंदा सिंह पट्टी वाला, बसाखा सिंह कश्मीर, जवाहर सिंह नलूआ तरसंदा बाबा जी दे कोल सी। 5 धौंसे बाबा जी नूं 27,000 फौज घोड़सवार। ये पैदल सी, वो वाहिगुरू जाप करते जाते सी। श्याम सिंह अटारी ने भेजा भी लाहौर तो फौजां चढ़ पईआं। श्याम सिंह ने सानूं कसूर जगह दी, जिथे चाचा खुशहाल सिंह खर्च पे लोड़ होवे भेजना। संगतां दा आम सरकार ने बंद करता। रातों रात दारू, सिक्का, आटा, दाल, लूण, तेल गड्ढे भेजे।
ਪਾਵਲ ਤੋਂ ਡੇਰਾ ਕੂਚ ਕਰਕੇ ਫਿਰ ਸਾਰੇ ਸਿੰਘਾਂ ਨੂੰ ਬਾਬਾ ਜੀ ਮੁੱਠਿਆਂ ਵਾਲੇ ਪਹੁੰਚ ਗਏ। ਦੇਰਾਵਾਂ ਦੇ ਬਹਿਣ ਇੱਥੇ ਅਤੇ ਫਿਰ ਇਸ ਤਰ੍ਹਾਂ ਆਪਣੇ ਇੱਥੇ ਆ ਗਏ ਅਤੇ ਬਾਬਾ ਜੀ ਦੇ ਲਾਂਗਰੀ ਬਾਬਾ ਮਹਾਰਾਜ ਸਿੰਘ ਕਹਿੰਦੇ ਲੰਗਰ ਤਿਆਰ ਕਰੋ ਵੀ ਜਦੋਂ ਸਾਨੂੰ ਮਾਰ ਕੇ ਜਾਣਗੇ ਇਹਨਾਂ ਨੂੰ ਭੁੱਖ ਲੱਗੇਗੀ ਫਿਰ ਕੀ ਖਾਣਗੇ। ਬੋਰਸ਼ਾਂ 'ਚ ਫਿਰ ਮੁਖਤਿਆਰ ਸਿੰਘ ਸੁਨਿਆਲੀਆ, ਗੁਲਾਬ ਸਿੰਘ ਕਲਕੱਤੀਆ, ਡੋਗਰਿਆਂ ਮੁਖਤਿਆਰ ਲਾਭ ਸਿੰਘ ਡੋਗਰਾ, ਜਰਨੈਲ ਸਿੰਘ ਲਾਹੌਰ ਦਰਬਾਰ, 14 ਪਲਟਣਾ, 12 ਰੈਜੀਮੈਂਟਾਂ, 120 ਵੱਡੀਆਂ ਤੋਪਾਂ, 500 ਜਮੂਰੇ, ਤਿੰਨਾਂ ਪਾਸਿਆਂ ਤੋਂ ਬਾਬਾ ਜੀ 'ਤੇ ਹਮਲਾ ਕੀਤਾ। ਗੋਲੀਆਂ ਭਰਨ ਲੱਗੇ। ਸਰਦਾਰ ਹੁਕਮ ਕੀਤਾ ਕਿ ਕਿਰਪਾ ਕਰੋ। ਉਹ ਕਹਿੰਦੇ ਭਾਈ ਜਾਂ ਤਾਂ ਡੇਰਾ ਜੁਦਾ ਕਰ ਲਓ, ਅਸੀਂ ਭਰਾ ਮਾਰੂ ਜੰਗ ਨਹੀਂ ਕਰੂੰਗੇ। ਅਤੇ 18 ਗੋਲੀਆਂ ਬਾਬਾ ਜੀ ਲੱਗੀਆਂ, 13,000 ਸਿੰਘ ਸ਼ਹੀਦ ਹੋਏ। ਅਤੇ ਇਸ ਕਰਕੇ ਅਤੇ ਮਲੇਛੀਆਂ ਨੇ ਬਾਬਾ ਨੂੰ ਬਚਨ ਕੀਤਾ ਕਿ ਇਹਨਾਂ ਨੇ ਕੁੰਭੀ ਨਰਕ ਪੈਣਾ। ਅਤੇ ਇਸ ਤਰ੍ਹਾਂ ਭਾਈ ਹਰਜਸ ਕੀਰਤਨ ਕਰਦੇ ਰਹੇ। ਸ਼ਬਦ ਪੜ੍ਹਿਆ ਮਾਰੂ ਮਹੱਲਾ ਪੰਜਵਾਂ, ਖੋਲਿਆ ਕਰਮ ਕਿਰਪਾ ਵੀ ਠਾਕਰ ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸਰਾਮ ਮਿਟ ਗਈ ਸਗਲੀ ਧਾਈ। ਅਬ ਮੋਹ ਜੀਵਨ ਪਦ ਵੀ ਪਾਈ ਚੀਤ ਆਇਓ ਮਨ ਪੁਰਖ ਵਧਾਤਾ। ਸੰਤਨ ਕੀ ਸਰਨਾਈ ਰਹਾ ਕਾਮ ਕਰੋ ਲੋਭ ਮੋਹ ਨਿਵਾਰੇ ਨਿਵਰੇ ਸਗਲ ਵੈਰਾਈ। ਸਦਾ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨ ਪਇਓ ਦੁਰਾਈ। ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ। ਪਾਵਨ ਪਤਤ ਕੀਏ ਹਨ ਪੀਤਰ ਮਹਿਮਾ ਤੁਧ ਨ ਜਾਈ। ਨਿਰਭਉ ਪੈ ਸਗਲ ਪੈ ਖੋਏ ਗੋਬਿੰਦ ਚਰਨ ਉਟਾਈ। ਨਾਨਕ ਜਸ ਗਾਵੇ ਠਾਰ ਕਰ ਕਾ ਰਹਿਣ ਦਿਨ ਸਿਲ ਬੁਲਾਈ। ਮਾਰੂ ਮਹਲਾ ਪੰਜਵਾ। ਆ ਮਾਨ ਮੋਹ ਲੋਭ ਬਕਾਰਾ ਬੀਓ ਚੀਤ ਨ ਘਾਲਿਓ। ਨਾਮ ਰਤਨ ਗੁਣਾ ਹਰ ਬੰਜੇ ਲਾਦ ਵਖਰ ਲੈ ਚਾਲਿਓ। ਸੇਵਕ ਕੀ ਓੜਕ ਨਿਵਹਿ ਪ੍ਰੀਤ ਜੀਵਤ ਸਾਹਿਬ ਸੇਵਿਓ। ਆਪਣਾ ਚਲਤੇ ਰਾਖਿਓ ਚੀਤ ਰਹਾਓ। जैसी आज्ञा कीनी ठाकर तिसके मुख ने मोरियो। सहज नंद रखियो गृह पीतर उठ आहू कौ तारो। आज्ञा में भूख सोई कर सूखा सो अर्घ ने जानियो। जो जो हुक्म पयो साहिब का सो मत हैले मनियो। पायो कृपाल ठाकर सेवक का सवरे हल्त पलाता। तन सेव सफल आया जन नानक खासम पछाता। ये शब्द फिर उसने रागियां ने गाए। दोपहरा ढल रहा सी। ਫਿਰ ਸਾਰੰਗ ਗਾਉਣ ਦਾ ਸਮਾਂ ਸੀ। ਫਿਰ ਉਹਨਾਂ ਨੇ ਸਾਰੰਗ ਮਹੱਲਾ ਪੰਜਵਾ ਮੋਰੋ ਨਾਚਨੋ ਰਹੋ। ਲਾਲ ਨਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ। ਰਾਹੋ ਕੁਆਰ ਕੰਨਿਆ ਜੈਸੇ ਅੰਗ ਸਹੇਰੀ ਪਿਰਿਆ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਪੀਤਰ ਹੈ ਤਬ ਮੁਹਕਾਜ ਲਜੋ। ਜੋ ਕਨੁ ਕੁਠਾਰੀ ਚੜਿਓ ਕਬਰੋ ਹੋਤ ਫਿਰੋ। ਜਬ ਤੇ ਸੁਧ ਪਈ ਹੈ ਬਾਰ ਹੈ ਤਬ ਤੇ ਥਾਨ ਫਿਰੋ। ਜੋ ਦਿਨ ਰਹਿਣ ਤਉ ਲੋ ਬਜਿਓ ਮੂਰਤ ਕਰੀ ਪਰੋ। बजावन और उठ सदाओ तब फिर बाज न पायो। जैसे कुंभ उदक पूर आनो तब ओ पिन दृष्टो। कह नानक कुंभ जले में डारो अंबे अंबिलो। ये शब्द का भोग पिया तो मोर सने बाबे जख्मी ਸਿੰਘਾਂ ਨੂੰ जल छपाया। नेत्रां जो बाबा महाराज पा ਦਿੱਤੀ। ਰੰਗਾਵਾਦ ਦੇ ਜਾਨਸ਼ੀਨ ਉਹਨਾਂ ਨੂੰ ਬਣਾ ਦਿੱਤਾ। सूर्य किरण मिले जल का जल हुआराम ज्योति ज्योति सुपूरन थी आरम। 27 विसाख 1901 मंगलवार 76 साल की उम्र च पवित्र यात्रा कर ले सर्व शक्तिमान परमात्मा च लीन हो गया। हज़ारां लोगों दी अखां च अथरू सी। परमात्मा का भाना मंदे सी। बाबा जी नूं पांग समेत जल प्रवाह किया। सुपने च गंडा सिंह नंग हडियारे नूं दर्शन दे के साडा शरीर फलानी जगह पानी च रुकिया है उतों कढ़ के संस्कार किया जाए। फिर दरिया कंढे जोधे मला मुठियां वाली बेड़ी भुन के संस्कार किया। वो भूती गागरां पा के गगूआ ठट्टा टिपा नरंगावत रत्तो के बाबा जी के स्थान दम दे बनवाए। 360 स्थान इत्थे 27 विसाख ਨੂੰ ਬਾਬਾ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਲਾਹੌਰ ਦਰਬਾਰ ਨੂੰ ਸ਼ਹੀਦ ਕਰਕੇ
ਇਹ ਬਹਾਦਰੀ ਸਮਝਦੇ ਸੀ। ਤੇ ਸ਼ਾਹ ਮੁਹੰਮਦ ਨੇ ਲਿਖਿਆ, ਵੀਰ ਸਿੰਘ ਮਾਰਿਆ ਡਾਹ ਤੋਪਾਂ ਨੇ ਛੱਡਿਆ ਸਾਧ ਤੇ ਸੰਤ ਮੀਆਂ। ਪਰ ਮਹਾਂਪੁਰਖਾਂ ਦੇ ਪੁਕਾਰ ਭੁੱਲ ਗਿਆ। ਜਿਹਨੂੰ ਗੁਰੂ ਦੀਆਂ ਫੌਜਾਂ, ਉਹਨੂੰ ਫਿਰ ਗੁਰੂ ਮਾਰੀਆਂ ਫੌਜਾਂ ਲੋਕ ਕਹਿਣ ਲੱਗ ਪਏ। ਤੇ ਬਾਬਾ ਖੁਦਾਸ ਸਿੰਘ ਇਹਲਾ ਨਾਂ ਜਸਵੰਤ ਸਿੰਘ ਆ, ਪਿਤਾ ਨੱਥਾ ਸਿੰਘ, ਮਾਤਾ ਸੁਖਾਂ ਦੇਵੀ। 1834 ਬਿਕਰਮੀ ਭਾਦੋਂ ਮਹੀਨੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਦਿਨ ਕ੍ਰਿਸ਼ਨ ਵਾਲਾ ਅਵਤਾਰ ਧਾਰਿਆ। ਨਗਰ ਸਿਆਮਗੜ੍ਹ ਕਰਨਾਲ ਦੇ ਨੇੜੇ ਜਨਮ ਹੋਇਆ। ਡਾਕੂਆਂ ਨੇ ਹਮਲਾ ਕੀਤਾ, ਪ੍ਰੀਖਿਆ ਘੜੀ ਸੀ। ਮਾਤਾ ਸੁਖਾਂ ਨੇ ਕਿਹਾ, ਤੁਸੀਂ ਚਲੇ ਜਾਓ, ਬਾਹਰੋਂ ਜੰਦਾ ਲਾ ਦਿਓ, ਪਾਣੀ ਦਾ ਘੜਾ ਛੋਲੇ ਭੁੰਨ ਕੇ ਲਾ ਦਿਓ। ਤੇ 40 ਦਿਨਾਂ ਬਾਅਦ ਜਾਕੋ ਭਈ ਤੁਮਾਰੀ ਤੀਰ ਜਮ ਕੀ ਮਿੱਟੀ ਸੁਖ ਪੀਰ ਜਮ ਕੀ ਤਰਾਸ ਮਿੱਟੀ ਸੁਖ ਪੈ ਨਿਕਸੀ ਹੋਵੇਂ ਤੀ। ਫਿਰ ਥਾਣੇਦਾਰੀ ਨੌਕਰੀ ਕੁਰੜੀ 'ਚ ਡਾਕਾ ਪਿਆ, ਸਾਰੇ ਡਾਕੂਆਂ ਨੂੰ ਭਜਾਇਆ। ਭਾਈ ਨੱਥਾ ਸਿੰਘ ਗੁਰੂ ਗ੍ਰੰਥ ਸ਼ੁੱਧ ਪਾਠੀ ਸੀ। ਬਾਬਾ ਜੀ ਨੇ 12 ਸਾਲ ਦੀ ਉਮਰ 'ਚ ਚੰਗੇ ਪਾਠੀ ਬਹੁਤ ਪਾਣੀ ਕੰਠ ਕੀਤੀ। ਸਿਮਰ 'ਚ ਰਹਿੰਦੇ ਬਾਬਾ ਵੀਰ ਸਿੰਘ ਆਏ, ਕਹਿੰਦੇ ਮਹਾਰਾਜ ਤੁਹਾਡੇ ਵਰਗਾ ਸੰਤ, ਕਹਿੰਦੇ ਤੁਹਾਡੇ ਪੁੱਤ ਨੂੰ ਬਣਾ ਦਿੰਦੇ। ਕਹਿੰਦੇ ਪੁੱਛ ਲਓ। ਕਹਿੰਦੇ ਹੁਣ ਨਵੀਂ ਥਾਣੇਦਾਰੀ ਮਿਲੀ ਆ। ਕਹਿੰਦੇ ਅੱਛਾ। ਫਿਰ ਦੂਏ ਦੇ ਘਰ ਲੱਗੇ ਤੇ ਬਸੰਤਰ ਆਪਣੇ ਲੱਗੇ ਅੱਗ, ਤੇ ਆਪਣਾ ਪੁੱਤ ਸਾਧ ਬਣਾਉਣਾ ਕਿੰਨਾ ਔਖਾ। ਫਿਰ ਕਹਿੰਦੇ ਚੰਗਾ, ਸਿਰ ਤੋਂ ਫੜ ਕੇ ਖਿੱਚਾਂਗੇ। ਫਿਰ ਮੱਥਾ ਦੁਖਣ ਲੱਗ ਪਿਆ। ਫਿਰ ਕਹਿੰਦੇ ਹੁਣ ਤਾਂ ਜਾਣਾ ਹੀ ਪਊ। ਫਿਰ ਉਹਨਾਂ ਸਾਹਿਬ ਆ ਗਏ। ਫਿਰ ਬਾਬਾ ਵੀਰ ਸਿੰਘ ਸੇਵਾ 'ਚ ਰਹੇ। ਕਬੀਰ ਵੀਰੋਂ ਭੰਗ ਮਨ ਵਸੇ ਮੰਤ ਨੂੰ ਮੰਨੇ, ਕੋਈ ਰਾਮ ਬਿਓਗੀ ਨਾ ਜੀਏ ਜੇ ਤਾਂ ਬੋਲੋ। ਫਿਰ ਥਾਣੇਦਾਰ ਛੱਡ ਕੇ ਇੱਧਰ ਆ ਗਏ। 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ। ਫਿਰ ਵਧੀਆ ਅਵਸਥਾ ਹੋ ਗਈ। ਫਿਰ ਬਾਬਾ ਜੀ ਨੂੰ ਕਾਬਲ ਦੇ ਵਿੱਚ ਪ੍ਰਚਾਰ ਕਰਨ ਲਈ ਭੇਜਿਆ। ਉੱਥੇ ਅੱਜ ਵੀ ਬਾਬਾ ਜੀ ਦਾ ਅਸਥਾਨ ਹੈ। ਫਿਰ ਬਾਬਾ ਮਹਾਰਾਜ ਨੇ ਗ੍ਰਿਫਤਾਰ ਹੋਏ ਇਹਨਾਂ ਦੇ ਵੀ। ਫਿਰ ਲਾਹੌਰ 'ਚ ਹੀ ਜ਼ਿਆਦਾ ਰਹੇ। ਤੇ ਇਸ ਕਰਕੇ ਉੱਥੇ ਜਾ ਕੇ ਮੁਸਲਮਾਨਾਂ 'ਚ ਆਪਣੇ ਆਪ ਨੂੰ ਖੁਦ ਖੁਦਾ ਕਹਾਇਆ। ਇਸ ਕਰਕੇ ਜਸਵੰਤ ਸਿੰਘ ਤੋਂ ਉਹਨਾਂ ਦਾ ਨਾਂ ਖੁਦਾ ਸਿੰਘ ਬਣ ਗਿਆ। ਤੇ ਅੱਸੂ ਬਦੀ 10 ਸੰਮਤ 1918 ਨੂੰ ਜੋਤੀ ਜੋਤ ਸਮਾਇਆ। ਤੇ ਬਾਬਾ ਮਹਾਰਾਜ ਸਿੰਘ ਤੇ ਇਹਨਾਂ ਮਹਾਂਪੁਰਖਾਂ ਦਾ ਜਿਹੜਾ ਹੈਗਾ ਕਿ ਬਾਬਾ ਮਹਾਰਾਜ ਜਨਮ ਜਿਹੜਾ 1837 ਸੰਮਤ ਲੁਧਿਆਣਾ ਜ਼ਿਲ੍ਹੇ ਰੱਬੋ ਪਿੰਡ 'ਚ ਹੋਇਆ। ਪਹਿਲਾਂ ਉਹਨਾਂ ਨਿਹਾਲ ਸਿੰਘ ਸੀ, ਫਿਰ ਟਹਿਲ ਸਿੰਘ, ਫਿਰ ਭਗਵਾਨ ਸਿੰਘ। ਫਿਰ ਜਦੋਂ ਲੰਗਰ ਵਰਤਾਉਂਦੇ ਸੀ, ਆਓ ਮਹਾਰਾਜ, ਆਓ ਮਹਾਰਾਜ, ਫਿਰ ਮਹਾਰਾਜ ਸਿੰਘ ਹੀ ਨਾਮ ਬਣ ਗਿਆ। ਕਿਉਂਕਿ 20-25 ਹਜ਼ਾਰ ਆਦਮੀ ਲੰਗਰ ਛਕਦਾ ਸੀ। ਲੰਗਰ 'ਚ ਬਹੁਤ ਸੇਵਾ ਕੀਤੀ। ਤੇ ਫਿਰ ਬਾਬਾ ਖੁਦਾ ਸਿੰਘ ਦੀ ਸੇਵਾ ਵੀ ਕਰਦੇ ਸੀ, ਬਾਬਾ ਵੀਰ ਸਿੰਘ ਦੀ ਕਰਦੇ ਸੀ। ਫਿਰ 1846 ਸਭਰਾਵਾਂ ਦੀ ਲੜਾਈ 48 ਸ਼ਹੀਦ ਹੋ ਚੁੱਕੇ ਸੀ। ਤੇ ਫਿਰ ਕਹਿੰਦੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਫਿਰ ਬਾਬਾ ਮਹਾਰਾਜ ਸਿੰਘ ਨੂੰ ਬੇਨਤੀ ਕੀਤੀ। ਇਹਨਾਂ ਨੇ ਫਿਰ ਧਰਮ ਯੁੱਧ ਜਿਹੜਾ ਸੀ ਆਰੰਭ ਕੀਤਾ। ਤੇ ਇਹਨਾਂ ਨੂੰ ਕਈ ਜਗ੍ਹਾ ਗ੍ਰਿਫਤਾਰ ਕਰਨ ਦੇ ਯਤਨ ਕੀਤੇ, ਪਰ ਨਹੀਂ ਹੋ ਸਕੇ। ਰੰਗਾਵਾ ਡੇਰੇ ਦੀਆਂ 55 ਮੱਝਾਂ ਤੇ ਹੋਰ ਸਮਾਨ ਸਾਰਾ ਅੰਗਰੇਜ਼ਾਂ ਨੇ ਨਿਲਾਮ ਕਰਾ ਦਿੱਤਾ। ਜਲੰਧਰ ਆਦਮਪੁਰ ਦੀ ਝੀਲੀ ਮੀਟਿੰਗ ਕਰਦੇ ਸੀ। 14 ਦਸੰਬਰ 1849 ਨੂੰ ਗ੍ਰਿਫਤਾਰ ਕਰਾ ਦਿੱਤਾ। ਰਤਨ ਸਿੰਘ ਸੁਨਿਆਰਾ ਸੀ ਤਰਨਤਾਰਨ ਦਾ, ਉਹਨੂੰ CID ਦਿੱਤੀ। ਤੇ ਜਿਹੜਾ ਡਿਪਟੀ ਕਮਿਸ਼ਨਰ ਜਲੰਧਰ ਦਾ ਬੈਨਸਟਾਰਟ ਤੇ ਮਿਸਟਰ ਮੈਕਲੋਡ ਕਮਿਸ਼ਨ, ਕਹਿੰਦੇ ਭਾਈ ਮਹਾਰਾਜ ਸਧਾਰਨ ਪੁਰਸ਼ ਨੇ, ਦੇਸ਼ ਵਾਸੀ ਨੂੰ ਉਤਨਾ ਸਤਿਕਾਰੇ ਜਿੰਨਾ ਈਸਾਈ ਈਸਾ ਮਸੀਹ ਨੂੰ ਸਤਿਕਾਰਦੇ। ਹਜ਼ਾਰਾਂ ਲੋਕਾਂ ਨੂੰ ਕਰਾਮਾਤਾਂ ਦੇਖੀਆਂ। ਉਹ ਨਿਸੰਦੇਹ ਮੰਨਦੇ ਆ ਕਿ ਉਹਨਾਂ ਨੇ ਪੁਰਾਤਨ ਪੈਗੰਬਰਾਂ ਵਾਲਾ ਕੰਮ ਕੀਤਾ। ਅੰਗਰੇਜ਼ਾਂ ਨੂੰ ਬੜਾ ਡਰ ਹੋਇਆ ਕਿ ਗੜਬੜ ਹੋਏਗੀ। ਉਹਨਾਂ ਨੂੰ ਫਿਰ ਇਲਾਹਾਬਾਦ ਜੇਲ੍ਹ, ਫਿਰ ਕਲਕੱਤੇ ਲਿਜਾ ਕੇ ਫੋਰਟ ਵਿਲੀਅਮ ਕਿਲੇ ਵਿੱਚ ਰੱਖਿਆ। ਫਿਰ
23 ਮਾਰਚ 1850 ਨੂੰ ਸਮੁੰਦਰੀ ਜਹਾਜ਼ ਰਾਹੀਂ ਸਿੰਗਾਪੁਰ ਦੇਸ਼ ਬਦਲ ਕਰਦਾ। ਸਿੰਗਾਪੁਰ ਜੇਲ੍ਹ ਕਾਲ ਕੁਝ ਰੱਖਿਆ, ਬੜੇ ਤਸੀਹੇ ਦਿੱਤੇ ਕਿ ਪੂਰੀ ਹਵਾ ਮਿਲੇ। ਅੱਖਾਂ ਦੀ ਜੋਤ 'ਤੇ ਅਸਰ ਪਿਆ ਅਤੇ 5 ਜੁਲਾਈ 1856 'ਚ ਉੱਥੇ ਸ਼ਹੀਦ ਹੋ ਗਿਆ। ਅਤੇ ਉਹਨਾਂ ਦੇ ਪਰਮ ਸੇਵਕ ਨਾਲ ਰਿਹਾ। ਉਹਨਾਂ ਨੇ ਬਾਬਾ ਖੜਕ ਸਿੰਘ ਨੇ ਫਿਰ ਨਗਾਰਾ ਵਜਾਇਆ, ਸੰਸਕਾਰ ਕੀਤਾ। ਇਸ ਤਰ੍ਹਾਂ ਫਿਰ ਉਹਨਾਂ ਦੇ ਜਨਮ ਨਗਰ ਵੀ ਰੱਬੋਂ 5 ਜੁਲਾਈ ਸ਼ਹੀਦੀ ਦਿਹਾੜਾ ਮਨਾਉਂਦੇ ਆ। ਅਤੇ ਇਸ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੂੰ ਕੋਟਾਂ ਨੂੰ ਕੋਟ ਵੇਰੀ ਨਮਸਕਾਰ ਹੈ ਕਿ ਜਿਨ੍ਹਾਂ ਨੇ ਆਪਣਾ ਖੂਨ ਡੋਲ ਕੇ ਖਾਲਸਾ ਰਾਜ ਬਚਾਉਣ ਵਾਸਤੇ ਯਤਨ ਕੀਤੇ, ਪਰ ਜਿਹੜੇ ਗੁਰੂ ਕੇ ਦੋਖੀ ਆ ਉਹਨਾਂ ਨੂੰ ਭਾਉਂਦਾ ਨਹੀਂ ਅਤੇ ਅੰਗਰੇਜ਼ਾਂ ਦੇ ਟਾਊਟ ਬਣ ਕੇ ਅਤੇ ਜਿਹੜੇ ਖਾਲਸੇ ਰਾਜ ਵਜ਼ੀਰੀਆਂ ਦੇ ਆਨੰਦ ਲੈਂਦੇ ਸੀ ਉਹ ਚੰਗੀਆਂ ਨਹੀਂ ਲੱਗੀਆਂ ਅਤੇ ਮਹਾਂਪੁਰਖਾਂ ਨੂੰ ਸ਼ਹੀਦ ਕਰਾਇਆ। ਅੱਜ ਬਾਬਾ ਵੀਰ ਸਿੰਘ ਦਾ ਸ਼ਹੀਦੀ ਦਿਨ ਹੈ ਅਤੇ ਬਹੁਤ ਸਾਰੇ ਸਥਾਨ ਪਾਕਿਸਤਾਨ 'ਚ ਰਹਿ ਗਏ ਅਤੇ ਜਿੰਨੇ ਵੀ ਇੱਧਰ ਹੈਗੇ 27 ਵਿਸਾਖ ਮਨਾਇਆ ਜਾਂਦਾ। ਪਰ ਅੱਜ ਕਰੋਨੇ ਦੀ ਬਿਮਾਰੀ ਚੱਲਣ ਕਰਕੇ ਲੋਕਡਾਊਨ ਆ ਅਤੇ ਸਾਰੀ ਜਗ੍ਹਾ 'ਤੇ ਆਪਣੇ ਪਾਠ ਪੂਜਾ ਹੋਈ ਹੈ, ਬਹੁਤੇ ਇਕੱਠ ਨਹੀਂ ਹੋ ਸਕੇ। ਇਸ ਕਰਕੇ ਫਿਰ ਹਿਸਾਬ ਦੇ ਨਾਲ ਅੱਗੇ ਅਸੀਂ ਵੀ ਉੱਥੇ ਰੱਬੋਂ ਉੱਚੀ ਮਨਾਉਂਦੇ ਹੁੰਦੇ ਹਾਂ ਅਤੇ ਬਾਕੀ ਸਥਾਨਾਂ 'ਤੇ ਵੀ ਮਨਾਏ ਜਾਂਦੇ। ਐਤਕੀ ਫਿਰ ਇਹ ਬਿਮਾਰੀ ਕਰਕੇ ਅਤੇ ਜੋ ਨਿਯਮ ਹੈ ਉਹਦੇ ਵਿੱਚ ਹੀ ਰਹਿ ਕੇ ਮਨਾਇਆ ਜਾ ਰਿਹਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪੰਥ ਵਿੱਚ ਏਕਤਾ ਸਵਾਲ ਬਖਸ਼ਣ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।